ਗੁੱਡ ਮੋਰਨਿੰਗ ਸਟੂਡੈਂਟਸ। ਆਪਾਂ ਅੱਜ ਕਰਾਂਗੇ SST ਨਾਲ ਰਿਲੇਟਡ ਮਾਸਟਰ ਕੇਡਰ ਜਾਂ ਅਦਰ ਜਿੰਨੇ ਵੀ ਐਗਜ਼ਾਮ ਹੁੰਦੇ ਹੈ ਉਹਨਾਂ ਨਾਲ ਰਿਲੇਟਡ ਮੁਹੰਮਦ ਗੌਰੀ ਬਾਰੇ ਜਾਣਕਾਰੀ ਆਪਾਂ ਅੱਜ ਸਾਂਝੀ ਕਰਾਂਗੇ ਤੁਹਾਡੇ ਨਾਲ। ਪਿਛਲੇ ਲੈਕਚਰ 'ਚ ਆਪਾਂ ਮੁਹੰਮਦ ਬਿਨ ਕਾਸਿਮ ਅਤੇ ਮੁਹੰਮਦ ਗਜ਼ਨਵੀ ਬਾਰੇ ਪੜ੍ਹਿਆ ਸੀਗਾ ਔਰ 3rd ਨੰਬਰ 'ਤੇ ਜਿਹੜਾ ਮੁਹੰਮਦ ਗੌਰੀ ਸੀਗਾ ਕੀ ਸੀਗਾ, ਤੁਰਕ ਸਾਮਰਾਜ ਦਾ ਸੰਸਥਾਪਕ ਸੀਗਾ। ਤੁਰਕ ਨਾਲ ਰਿਲੇਟਡ ਇੱਥੋਂ ਆਪਾਂ ਨੂੰ ਜਾਣਕਾਰੀ ਮਿਲਦੀ ਹੈ। ਪਹਿਲਾਂ ਆਪਾਂ ਪੜ੍ਹਾਂਗੇ ਪੂਰਾ ਨਾਮ ਕੀ ਸੀਗਾ। ਆਪਾਂ ਨੂੰ ਆਮ ਹੀ ਵੇਖਣ ਨੂੰ ਮਿਲਦਾ ਕਈ ਐਗਜ਼ਾਮ ਵਿੱਚ, ਤਾਂ ਇਹਦਾ ਪੂਰਾ ਨਾਮ ਸੀਗਾ ਮੁਹੰਮਦ ਗੌਰੀ ਦਾ ਸ਼ਹਾਬੂਦੀਨ ਮੁਹੰਮਦ ਗੌਰੀ। ਸ਼ਹਾਬੂਦੀਨ ਮੁਹੰਮਦ ਗੌਰੀ ਦਾ ਪੂਰਾ ਨਾਮ ਸੀਗਾ। ਇਹ ਕਿਹੜੇ ਖੇਤਰ ਤੋਂ ਬਿਲੋਂਗ ਕਰਦਾ ਹੈ? ਇਹ ਗੌਰੀ ਖੇਤਰ ਤੋਂ ਬਿਲੋਂਗ ਕਰਦਾ ਹੈ। ਇਹ ਗਜ਼ਨੀ ਰਾਜ ਦੇ ਅਧੀਨ ਛੋਟੇ ਜਿਹੇ ਖੇਤਰ ਗੌਰੀ ਦਾ ਸ਼ਾਸਕ ਸੀ। ਮੀਨਸ ਗਜ਼ਨੀ ਦੇ ਅੰਡਰ ਕੰਮ ਕਰਦਾ ਹੈ ਔਰ ਗੌਰੀ ਦਾ ਕੀ ਸੀਗਾ, ਸ਼ਾਸਕ ਸੀਗਾ। ਇਹਦੇ ਹਮਲੇ ਦਾ ਕਾਰਨ ਕੀ ਸੀ, ਉਦੇਸ਼ ਕੀ ਸੀ? ਭਾਰਤ ਵਿੱਚ ਮੁਹੰਮਦ ਗੌਰੀ ਦੇ ਹਮਲੇ ਦਾ ਉਦੇਸ਼ ਇਸਲਾਮ ਧਰਮ ਦੀ ਨਹੀਂ ਰੱਖਣਾ ਸੀ। ਮੀਨਸ ਸਾਰੇ ਜਿੰਨੇ ਵੀ ਜਿਹੜੇ ਮੁਸਲਮਾਨ ਵਿਅਕਤੀ ਆਏ ਹੈ, ਮੁਹੰਮਦ ਬਿਨ ਕਾਸਿਮ ਤੋਂ ਲੈ ਕੇ ਮੁਹੰਮਦ ਗਜ਼ਨਵੀ, ਮੁਹੰਮਦ ਗੌਰੀ, ਇਹਨਾਂ ਤਿੰਨਾਂ ਦਾ ਮਾਟੋ ਸੇਮ ਸੀਗਾ, ਇਸਲਾਮ ਧਰਮ ਦੀ ਕੀ ਕਰਨਾ, ਸਥਾਪਨਾ ਕਰਨਾ ਅਤੇ ਇਸਲਾਮ ਨੂੰ ਵਧਾਉਣਾ। ਇਹ ਕੁਤਬਦੀਨ ਦਾ ਜਿਹੜਾ ਸੀ ਗੁਲਾਮ ਸੀਗਾ, ਕੁਤਬਦੀਨ ਐਬਕ ਦਾ ਆਪਾਂ ਇਹਨੂੰ ਗੁਲਾਮ ਮੰਨ ਸਕਦੇ ਹਾਂ, ਉਹਦੇ ਅੰਡਰ ਕੰਮ ਕਰਦਾ ਸੀਗਾ। ਇਹਨੇ ਪਹਿਲਾ ਹਮਲਾ ਕੀਤਾ 1175 ਵਿੱਚ ਮੁਲਤਾਨ ਉੱਪਰ ਹਮਲਾ ਕੀਤਾ ਸੀਗਾ ਮੁਹੰਮਦ ਗੌਰੀ ਨੇ। ਪਹਿਲਾ ਹਮਲਾ ਅਕਸਰ ਹੀ ਪੇਪਰਾਂ 'ਚ ਪੁੱਛ ਲੈਂਦਾ ਹੁੰਦਾ ਹੈ ਕਿ ਮੁਹੰਮਦ ਗੌਰੀ ਦਾ ਪਹਿਲਾ ਹਮਲਾ ਕਿੱਥੇ ਹੋਇਆ ਸੀਗਾ, ਤਾਂ 1175 ਵਿੱਚ ਮੁਲਤਾਨ ਵਿੱਚ ਹੋਇਆ ਸੀਗਾ ਪਹਿਲਾ ਹਮਲਾ। ਦੂਸਰਾ ਹਮਲਾ ਹੋਇਆ ਸੀ 1178 ਵਿੱਚ ਪਾਟਨ। ਇਹ ਕਿੱਥੇ ਹੈ? ਗੁਜਰਾਤ ਵਿੱਚ ਹੈ। ਪਾਟਨ ਨਾਮ ਦੀ ਜਗ੍ਹਾ 'ਤੇ ਦੂਸਰਾ ਹਮਲਾ ਕਰਿਆ ਸੀਗਾ ਮੁਹੰਮਦ ਗੌਰੀ ਨੇ। ਮੋਸਟ ਇੰਪੋਰਟੈਂਟ 1178 ਵਿੱਚ ਉਸ ਏਰੀਏ ਵਿੱਚ ਇਹਦਾ ਸਾਡਾ ਸਾਹਮਣਾ ਕੀਤਾ ਸੀਗਾ ਭੀਮ ਦੂਜੇ ਨੇ ਕੀਤਾ ਸੀਗਾ, ਜਿਹੜਾ ਉੱਥੋਂ ਦਾ ਸ਼ਾਸਕ ਸੀਗਾ ਗੁਜਰਾਤ ਦਾ, ਪਾਟਨ ਦਾ। ਉਸ ਨੇ ਮੁਹੰਮਦ ਗੌਰੀ ਨੂੰ ਇੱਕ ਵਾਰੀ ਹਰਾ ਦਿੱਤਾ ਸੀਗਾ। ਇਹ ਤੁਸੀਂ ਯਾਦ ਰੱਖਣਾ, ਮੁਹੰਮਦ ਗੌਰੀ ਨੂੰ ਹਰਾਤਾ ਸੀ ਭੀਮ ਦੂਜੇ ਨੇ। ਕਿਹੜੀ ਜਗ੍ਹਾ 'ਤੇ? ਗੁਜਰਾਤ ਵਾਲੀ ਜਗ੍ਹਾ 'ਤੇ। ਤੀਸਰਾ ਹਮਲਾ ਸੀਗਾ 1191 ਵਿੱਚ ਤਰਾਇਣ ਦੀ ਪਹਿਲੀ ਲੜਾਈ ਹੋਈ। ਕਿਹਦੇ ਵਿਚਕਾਰ ਹੋਈ ਸੀ? ਮੁਹੰਮਦ ਗੌਰੀ ਅਤੇ ਪ੍ਰਿਥਵੀ ਰਾਜ ਚੌਹਾਨ ਦੇ ਵਿਚਕਾਰ ਹੋਈ ਸੀਗੀ, ਜਿਸ ਵਿੱਚ ਪ੍ਰਿਥਵੀ ਰਾਜ ਚੌਹਾਨ ਸਕਸੈਸ ਮੰਨਿਆ ਜਾਂਦਾ ਹੈ ਇਸ ਲੜਾਈ ਵਿੱਚ। ਯਾਦ ਰੱਖਣ ਦਾ ਤਰੀਕਾ ਕੀ ਹੈ ਕਿ ਪ੍ਰਿਥਵੀ ਜਿਹੜਾ ਨਾਮ ਵਿੱਚ ਲੈਂਥ ਆ ਰਹੀ ਹੈ ਪ੍ਰਿਥਵੀ ਰਾਜ ਚੌਹਾਨ ਵਿੱਚ, ਇਸ ਕਰਕੇ ਪਹਿਲਾਂ ਪ੍ਰਿਥਵੀ ਰਾਜ ਚੌਹਾਨ ਸਕਸੈਸ ਹੋਏਗਾ, ਮੁਹੰਮਦ ਗੌਰੀ ਹਾਰ ਜਾਏਗਾ। ਦੂਜੇ ਹਮਲੇ 'ਚ ਉਲਟ ਹੋ ਜਾਏਗਾ 1192 ਵਿੱਚ, ਜਿਹੜਾ ਤਰਾਇਣ ਦਾ ਦੂਜਾ ਯੁੱਧ ਹੋਇਆ ਸੀਗਾ। ਇਹਦੇ 'ਚ ਜਿਹੜਾ ਪ੍ਰਿਥਵੀ ਰਾਜ ਚੌਹਾਨ ਹਾਰੇਗਾ ਔਰ ਮੁਹੰਮਦ ਗੌਰੀ ਕੀ ਰਹਿ ਜਾਏਗਾ, ਸਕਸੈਸ ਰਹਿ ਜਾਏਗਾ। ਅੱਗੇ ਪ੍ਰਿਥਵੀ ਰਾਜ ਰਾਸੋ ਚੰਦ ਬਰਦਾਈ ਨੇ ਲਿਖੀ ਸੀਗੀ, ਇਹ ਵਾਲੀ ਜਿਹੜੀ ਕਿਤਾਬ ਸੀ, ਬੁੱਕ ਸੀਗੀ। ਇਹਦੇ 'ਚ ਪ੍ਰਿਥਵੀ ਰਾਜ ਚੌਹਾਨ ਦੇ ਜਿੰਨਾ ਵੀ ਸ਼ਾਸਨ ਕੀਤਾ ਸੀ, ਉਹਦੇ ਜਨਮ ਤੋਂ ਲੈ ਕੇ ਮੌਤ ਤੱਕ ਸਾਰੀ ਜਾਣਕਾਰੀ ਆਪਾਂ ਨੂੰ ਪ੍ਰਿਥਵੀ ਰਾਜ ਰਾਸੋ ਨਾਂ ਦੀ ਬੁੱਕ ਵਿੱਚ ਮਿਲਦੀ ਹੈ। ਤਾਂ ਇਹ ਲਿਖੀ ਕਿੰਨੇ ਸੀ? ਚੰਦ ਬਰਦਾਈ ਨੇ। ਅੱਗੇ ਆਪਾਂ ਪੰਜਵੇਂ ਹਮਲੇ 'ਤੇ ਚੱਲਦੇ ਹਾਂ। ਪੰਜਵਾਂ ਹਮਲਾ ਕੀ ਸੀਗਾ? ਪੰਜਵਾਂ ਹਮਲਾ 1194 'ਚ ਹੋਇਆ ਸੀ। ਮੋਸਟ ਇੰਪੋਰਟੈਂਟ ਕਿੱਥੇ ਹੋਇਆ ਸੀ? ਚੰਦਾਵਰ ਨਾਮ ਦੀ ਜਗ੍ਹਾ 'ਤੇ ਹੋਇਆ ਸੀ, ਜੈ ਚੰਦ ਅਤੇ ਮੁਹੰਮਦ ਗੌਰੀ ਦੇ ਵਿਚਕਾਰ। ਮੁਹੰਮਦ ਗੌਰੀ ਇਸ ਵਿੱਚ ਸਕਸੈਸ ਰਿਹਾ ਸੀਗਾ। ਪੰਜਵਾਂ ਹਮਲਾ ਜਿਹੜਾ ਸੀਗਾ ਚੰਦਾਵਰ ਵਿੱਚ ਹੋਇਆ ਸੀਗਾ, ਜੈ ਚੰਦ ਅਤੇ ਮੁਹੰਮਦ ਗੌਰੀ ਦੇ ਵਿਚਕਾਰ। ਮੁਹੰਮਦ ਗੌਰੀ ਨੇ ਦਿੱਲੀ 'ਤੇ ਅਧਿਕਾਰ ਕੀਤਾ, ਇਸਲਾਮ ਧਰਮ ਦੀ ਨੀਂਹ ਰੱਖੀ। ਤਰਾਇਣ ਦੀ ਦੂਜੀ ਲੜਾਈ 1192 ਤੋਂ ਬਾਅਦ ਇਹਦੀ ਜਿਹੜਾ ਨਿਰਮਾਣ ਕੀਤਾ ਸੀਗਾ ਅਸਲ ਮੁਹੰਮਦ ਗੌਰੀ ਨੇ ਇਸਲਾਮ ਧਰਮ ਦਾ, ਤਰਾਇਣ ਦੀ ਦੂਜੀ ਲੜਾਈ ਤੋਂ ਬਾਅਦ, ਕਿਉਂਕਿ ਉਸ ਟਾਈਮ 'ਤੇ ਜਿੱਤ ਜਾਂਦਾ ਹੈ। ਪਹਿਲੇ ਜਿਹੜੀ ਯੁੱਧ ਦੇ ਵਿੱਚ ਜਿਹੜਾ ਲੜਾਈ ਹੁੰਦੀ ਹੈ ਪਹਿਲੇ 'ਚ ਹਾਰ ਜਾਂਦਾ ਹੈ, ਇਸ ਕਰਕੇ ਉਹ ਜਿਹੜਾ ਨਿਰਮਾਣ ਇਸਲਾਮ ਧਰਮ ਦਾ ਤਾਂ ਹੀ ਕਰੇਗਾ ਜੋ ਉਸ ਏਰੀਏ ਨੂੰ ਕਵਰ ਕਰੇਗਾ, ਸਕਸੈਸ ਕਰੇਗਾ। ਅੱਗੇ ਆਪਾਂ ਪੜ੍ਹਦੇ ਹਾਂ ਮੁਹੰਮਦ ਗੌਰੀ ਦਾ ਗੁਲਾਮ ਸੈਨਾਪਤੀ ਕੌਣ ਸੀਗਾ? ਕੁਤਬਦੀਨ ਐਬਕ। ਮੁਹੰਮਦ ਗੌਰੀ ਦਾ ਗੁਲਾਮ ਸੈਨਾਪਤੀ ਕੌਣ ਸੀ? ਕੁਤਬਦੀਨ ਐਬਕ। ਮੁਹੰਮਦ ਗੌਰੀ ਦਾ ਜਿਹੜਾ ਸੈਨਾਪਤੀ ਸੀਗਾ, ਮੇਨ ਜਿਹੜਾ ਅਸਲ ਰੀਅਲ ਸੀਗਾ, ਉਹ ਬਖਤਿਆਰ ਖਿਲਜੀ ਸੀਗਾ। ਬਖਤਿਆਰ ਖਿਲਜੀ ਨਾਲੰਦਾ ਯੂਨੀਵਰਸਿਟੀ ਨੂੰ ਨਸ਼ਟ ਕਰਨ ਵਾਲਾ ਇਹ ਪਰਸਨ ਸੀਗਾ, ਬਖਤਿਆਰ ਖਿਲਜੀ। ਪਹਿਲਾਂ ਇਹ ਦੋਨੋਂ ਮੁਹੰਮਦ ਗੌਰੀ ਦੇ ਸੈਨਾਪਤੀ ਸੀ। 1206 ਵਿੱਚ ਖੋਖਰਾਂ ਨੇ ਮੁਹੰਮਦ ਗੌਰੀ ਨੂੰ ਕੀ ਕਰਤਾ? ਮਾਰ ਦਿੱਤਾ। ਲਾਸਟ ਵਿੱਚ ਖੋਖਰਾਂ ਨਾਲ ਲੜਾਈ ਹੁੰਦੀ, ਇਹਦਾ ਮਤਲਬ ਹੈ। ਅੱਗੇ ਟੈਕਸ ਬਾਰੇ ਪੜ੍ਹਾਂਗੇ। ਇਹਦੇ ਟੈਕਸ ਕਿਹੜੇ ਕਿਹੜੇ ਸੀਗੇ?
ਜਜੀਆ ਕਰ ਸੀਗਾ ਜੋ ਗੈਰ ਮੁਸਲਮਾਨਾਂ ਤੋਂ ਲਿਆ ਜਾਂਦਾ ਸੀਗਾ। ਇਹ ਉਪਜ ਦਾ ਇੱਕ ਟੈਕਸ ਸੀਗਾ, ਉਪਜ ਤੋਂ ਜਿੰਨਾ ਵੀ ਭਾਗ ਹੁੰਦਾ ਸੀਗਾ, ਇਹ ਮੀਨਸ ਜਿਹੜੇ ਵੀ ਮੁਸਲਮਾਨ ਨਹੀਂ ਹੈਗੇ ਆ ਜਾਂ ਉਹਨਾਂ ਤੋਂ ਇਹ ਵਾਲਾ ਟੈਕਸ ਲਿਆ ਜਾਂਦਾ ਸੀਗਾ। ਔਰ ਆਪਾਂ ਅਗਲੇ ਸਲਾਈਡ 'ਤੇ ਪਹੁੰਚਦੇ ਹਾਂ। ਅਗਲੇ ਸਲਾਈਡ 'ਤੇ ਕੀ ਹੈ ਕਿ ਜਿਹੜਾ ਸਿਕੰਦਰ ਦਾ ਹਮਲਾ ਹੁੰਦਾ ਹੈ, ਉਹਦੇ 'ਚ ਕੀ ਹੁੰਦਾ ਹੈ? ਸਿਕੰਦਰ ਦੇ ਹਮਲੇ ਵਿੱਚ, ਸਿਕੰਦਰ ਦਾ ਹਮਲਾ ਸੀ, ਯੂਨਾਨੀ ਪਰਸਨ ਸੀਗਾ। ਸਿਕੰਦਰ ਦਾ ਜਨਮ ਹੋਇਆ ਸੀ 356 BC ਵਿੱਚ। ਕਦੋਂ ਹੋਇਆ ਸੀਗਾ ਸਿਕੰਦਰ ਦਾ ਜਨਮ? 356 BC ਵਿੱਚ। ਪਿਤਾ ਦਾ ਨਾਮ ਸੀ ਫਿਲਿਪ। ਫਿਲਿਪ ਮੀਨਸ ਫਿਲਿਪ ਨਾਂ ਦੀ ਕੰਪਨੀ ਹੈ ਇੱਕ, ਉਹ ਤੁਸੀਂ ਯਾਦ ਰੱਖਣਾ ਹੈ ਕਿ ਸਿਕੰਦਰ ਇੱਕ ਫਿਲਿਪ ਦਾ ਜਿਹੜਾ ਇਹਦਾ ਜਿਹੜਾ ਪਿਤਾ ਸੀ ਫਿਲਿਪ ਸੀਗਾ, ਜੋ ਫਿਲਿਪ ਕੰਪਨੀ ਆਪਣੇ ਬਲਬ ਵਗੈਰਾ 'ਤੇ ਆਉਂਦੀ ਹੈ। ਸਿਕੰਦਰ ਮਕਦੂਨੀਆ ਦਾ ਸ਼ਾਸਕ ਸੀਗਾ ਜੋ ਯੂਨਾਨੀ ਮੰਨਿਆ ਜਾਂਦਾ ਹੈ। ਫਿਲਿਪ 359 ਵਿੱਚ ਮਕਦੂਨੀਆ ਦੇ ਸ਼ਾਸਕ ਬਣਿਆ ਅਤੇ ਗੱਦੀ 'ਤੇ ਬੈਠਾ ਸੀਗਾ। ਫਿਲਿਪ ਦੀ ਮੌਤ ਕਦੋਂ ਹੋਈ ਸੀ? 329 BC 'ਚ ਫਿਲਿਪ ਦੀ ਮੌਤ ਹੋਈ ਸੀ। ਫਿਲਿਪ ਦੀ ਮੌਤ ਤੋਂ ਬਾਅਦ ਸਿਕੰਦਰ ਮਕਦੂਨੀਆ ਦਾ ਸ਼ਾਸਕ ਬਣਿਆ। ਫਿਲਿਪ ਦੀ ਮੌਤ ਤੋਂ ਬਾਅਦ ਨੈਚੁਰਲੀ ਹੀ ਰਾਜਾ ਬਣੇਗਾ, ਕਿਉਂਕਿ ਪਹਿਲਾਂ ਉਹਦੇ ਪਿਤਾ ਜਿਹੜਾ ਸੀ ਫਿਲਿਪ ਉਹ ਰਾਜ ਕਰ ਰਿਹਾ ਸੀ। ਸਿਕੰਦਰ ਬਾਅਦ 'ਚ ਜਿਹੜਾ ਮਕਦੂਨੀਆ ਦਾ ਜਿਹੜਾ ਮੇਨ ਜਿਹੜਾ ਸ਼ਾਸਕ ਬਣੇਗਾ। 326 ਸਿਕੰਦਰ ਨੇ ਭਾਰਤ 'ਤੇ ਸਭ ਤੋਂ ਪਹਿਲਾਂ ਜਿਹੜਾ ਹਮਲਾ ਕਰਿਆ ਸੀਗਾ। ਜਦੋਂ ਭਾਰਤ 'ਤੇ ਹਮਲਾ ਕਰਿਆ ਸੀ, ਪੰਜਾਬ ਦਾ ਰਾਜਾ ਕਿਹੜਾ ਸੀ? ਅੰਬੀ ਸੀ। ਮੋਸਟ ਇੰਪੋਰਟੈਂਟ ਯਾਦ ਰੱਖਣਾ ਹੈ ਆਪਾਂ। ਭਾਰਤ 'ਤੇ ਹਮਲੇ ਸਮੇਂ ਮਗਧ ਦਾ ਰਾਜਾ ਕੀ ਸੀ? ਜਦੋਂ ਭਾਰਤ 'ਤੇ ਹਮਲਾ ਕੀਤਾ ਸੀ ਮਗਧ ਦਾ ਰਾਜਾ ਕੌਣ ਸੀ? ਧਨਾਨੰਦ। ਜਦੋਂ ਸਿਕੰਦਰ ਨੇ ਹਮਲਾ ਕੀਤਾ ਸੀ ਭਾਰਤ 'ਤੇ। ਸਿਕੰਦਰ ਦੀ ਲੜਾਈ ਕਿਹਦੇ ਨਾਲ ਹੁੰਦੀ ਹੈ? ਪੋਰਸ ਨਾਲ। ਔਰ ਇਹਦੇ 'ਚ ਇੱਕ ਸਟੋਰੀ ਵੀ ਬਣੀ ਹੋਈ ਹੈ ਕਿ ਪੋਰਸ ਜਦੋਂ ਹਾਰ ਜਾਂਦਾ, ਸਿਕੰਦਰ ਜਿੱਤ ਜਾਂਦਾ, ਤਾਂ ਉਹ ਪੁੱਛਦਾ ਤੇ ਤੇਰੇ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਜਾਏ, ਤਾਂ ਪੋਰਸ ਅੱਗੋਂ ਬਹੁਤ ਵਧੀਆ ਸਲੀਕੇ ਨਾਲ ਬੋਲਦਾ ਹੈ ਕਿ ਜਿਵੇਂ ਇੱਕ ਰਾਜਾ ਦੂਜੇ ਰਾਜੇ ਨਾਲ ਵਿਵਹਾਰ ਕਰਦਾ ਹੈ, ਤੁਸੀਂ ਵੀ ਮੇਰੇ ਨਾਲ ਉਸ ਤਰ੍ਹਾਂ ਵਿਵਹਾਰ ਕਰ ਸਕਦੇ ਹੋ। ਇਸ ਲੜਾਈ ਵਿੱਚ ਪੋਰਸ ਨੇ ਸਿਕੰਦਰ ਨੂੰ ਬੋਲਿਆ ਸੀਗਾ। ਲੜਾਈ ਦਾ ਨਾਮ ਸੀ ਹਾਈਡੈਸਪਿਸ ਦਾ ਯੁੱਧ ਕਿਹਾ ਜਾਂਦਾ ਇਹਨੂੰ। ਇੱਕ ਹੋਰ ਵੀ ਨਾਮ ਦਿੱਤਾ ਜਾਂਦਾ ਜਿਹਨੂੰ ਸਿਕੰਦਰ ਤੇ ਪੋਰਸ ਦੀ ਲੜਾਈ ਨੂੰ ਹਾਈਡੈਸਪਿਸ ਦਾ ਯੁੱਧ। ਜੇਲਮ ਨਦੀ ਦੇ ਕਿਨਾਰੇ ਹੋਇਆ ਸੀਗਾ। ਜੇਲਮ ਇੱਕ ਨਦੀ ਹੈ ਔਰ ਇਸ ਯੁੱਧ ਵਿੱਚ ਜਿਹੜਾ ਸਿਕੰਦਰ ਸੀ ਸਕਸੈਸ ਹੋਇਆ ਸੀਗਾ। ਸਿਕੰਦਰ ਦਾ ਗੁਰੂ ਵੀ ਪੁੱਛ ਲਿਆ ਜਾਂਦਾ, ਅਰਸਤੂ ਸੀਗਾ। ਸਿਕੰਦਰ ਦੇ ਗੁਰੂ ਦਾ ਨਾਮ ਅਰਸਤੂ ਸੀਗਾ। ਅਰਸਤੂ ਦੇ ਗੁਰੂ ਦਾ ਨਾਮ ਅੱਗੇ ਪਲੋਟੋ ਸੀਗਾ। ਸਿਕੰਦਰ ਦਾ ਮੇਨ ਸੈਨਾਪਤੀ ਸੀਗਾ ਸਲਿਊਕਸ ਨਿਕੇਟਰ। ਸੱਸੇ ਤੇ ਸਲਿਊਕਸ, ਸੱਸੇ ਤੇ ਸਲਿਊਕਸ ਨਿਕੇਟਰ। 325 ਵਿੱਚ ਸਿਕੰਦਰ ਬਿਆਸ ਨਦੀ ਤੇ ਵਾਪਸ ਚਲਾ ਗਿਆ, ਕਿਉਂਕਿ ਸਿਕੰਦਰ ਦੇ ਸੈਨਾ ਨੇ ਬਿਆਸ ਨਦੀ ਪਾਰ ਕਰਨ ਤੋਂ ਮਨਾ ਕਰ ਦਿੱਤਾ ਸੀਗਾ। 325 ਵਿੱਚ ਸਿਕੰਦਰ ਬਿਆਸ ਨਦੀ ਤੋਂ ਕੀ ਹੋ ਗਿਆ? ਵਾਪਸ ਚਲਾ ਜਾਂਦਾ ਹੈ, ਅਤੇ ਸਿਕੰਦਰ ਨੇ ਸੈਨਾ ਨੂੰ ਬਿਆਸ ਨਦੀ ਤੋਂ ਪਾਰ ਕਰਨ ਤੋਂ ਮਨਾ ਕਰ ਦਿੱਤਾ ਸੀ। 323 BC ਵਿੱਚ 33 ਸਾਲ ਦੀ ਉਮਰ ਵਿੱਚ ਸਿਕੰਦਰ ਜਿਹੜੀ ਬੇਬੀਲੋਨ ਨਾਮ ਦੀ ਜਗ੍ਹਾ ਹੁੰਦੀ ਉੱਥੇ ਮੌਤ ਹੋ ਜਾਂਦੀ। ਇਹ ਸੀਗਾ ਆਪਣਾ ਸਿਕੰਦਰ ਅਤੇ ਮੁਹੰਮਦ ਗੌਰੀ ਨਾਲ ਰਿਲੇਟਿਡ। ਔਰ ਸਾਰੇ ਸਟੂਡੈਂਟ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਔਰ ਲਾਈਕ ਐਂਡ ਸ਼ੇਅਰ ਵੀ ਕਰੋਗੇ। ਔਰ ਜੇਕਰ ਤੁਸੀਂ ਵੱਧ ਤੋਂ ਵੱਧ ਮੇਰੇ ਨਾਲ ਐਡ ਹੋਣਾ ਚਾਹੁੰਦੇ ਹੋ ਤਾਂ ਮੇਰਾ ਇੱਕ ਜਿਹੜਾ ਐਪ ਗੂਗਲ ਮੀਟ 'ਤੇ ਔਨਲਾਈਨ ਕਲਾਸ 1 ਵਜੇ ਲੱਗ ਰਹੀ ਹੈ, ਤਾਂ ਉਹ ਮੈਂ ਤੁਹਾਨੂੰ ਕਮੈਂਟ ਬਾਕਸ 'ਚ ਆਪਣਾ ਕੰਟੈਕਟ ਵਗੈਰਾ ਲਿਖ ਦਿੰਦਾ। ਜੇ ਤੁਹਾਨੂੰ ਵਧੀਆ ਮੇਰਾ ਚੈਨਲ ਲੱਗੇ ਜਾਂ ਮੇਰੇ ਜਿਹੜੇ ਨੋਟਸ ਬਣਾਏ ਹੋਏ ਹੈ ਵਧੀਆ ਲੱਗਦੇ ਆ, ਤਾਂ ਫਿਰ ਤੁਸੀਂ ਮੇਰੇ ਨਾਲ 1 ਵਜੇ ਕਲਾਸ ਗੂਗਲ ਮੀਟ 'ਤੇ ਔਨਲਾਈਨ ਬਿਲਕੁਲ ਸੇਮ ਇਹੀ ਜਿਹੜਾ ਹੈ ਸਬਜੈਕਟ ਔਰ ਇਹੀ ਜਿਹੜੇ ਨੋਟਸ ਨਾਲ ਸੰਬੰਧਿਤ ਤੁਸੀਂ ਮੇਰੇ ਨਾਲ ਕਲਾਸ ਜੁਆਇਨ ਕਰ ਸਕਦੇ ਹੋ। ਥੈਂਕ ਯੂ ਜੀ, ਧੰਨਵਾਦ।